सिकंदर सिंह मलूका तो कहते विकास नहीं करवाया, कांग्रेसी छड़ साडे वाल आ रहे कहते वाधू ਦੀਆਂ ਢੀਂਗਾਂ ਮਾਰਨੀਆਂ ਚੰਗੀਆਂ नहीं ਹੁੰਦੀਆਂ। मेरे भरा सी, मेरे चाचे ताए सी, मेरे मन 'ਚ ਉਹਨਾਂ ਦਾ ਦਰਦ ਹੈ, ਇਸ ਕਰਕੇ मैं बीजेपी ਨੂੰ ਸਪੋਰਟ ਦੇਵਾਂਗਾ। चन्नी साहब लोगों के विच एक कांग्रेस प्रति वेव लैके आउंदे, सिद्धू साहब मगरों आउंदे सब कुछ खत्म करके चले जाते। हरेक परिवार 'ਚ भांडे ਹੁੰਦੇ ਆ, खड़कते ਹੁੰਦੇ ਆ। कहते कांग्रेस ने चिब्बे करते भांडे। ਜਿਹੜਾ 6 ਕਰੋੜ रुपया मिले फिर ਉਹਦੇ ਕੀ ਕਹੂੰ? मेरे ख्याल 'ਚ एक जो माड़ी नीत ਨਾਲ सोच ही लेना है। पंजाब ਦਾ सूबा सारे सूबਿਆਂ ਨੂੰ ਇਸ ਵੇਲੇ सस्ती बिजली ਤਾਂ ਹੁਣ ਮਗਰੋਂ ਆ ਕੇ ਹੋਈ ਹੈ। ਤੁਹਾਨੂੰ ਤੁਹਾਡੇ ਜਦੋਂ ਦੁਬਾਰਾ ਕੈਬਨਿਟ ਚੁਣੀ ਗਈ, ਤੁਹਾਡੇ ਤੋਂ ਕੈਬਨਿਟ ਰੈਂਕ ਵਾਪਸ ਲੈ ਲਿਆ ਗਿਆ, ਕੀ ਕਾਰਨ ਮੰਨਦੇ ਹੋ? ਕੰਮ ਨਹੀਂ ਕੀਤੇ? ਕਾਂਗੜ ਸਾਹਿਬ, ਇੱਕ ਤੁਹਾਡੇ ਮਹਿਕਮੇ ਨਾਲ ਸੰਬੰਧਿਤ ਸਵਾਲ ਹੈ ਕਿ ਤੁਹਾਡੇ ਮਹਿਕਮੇ ਦੇ ਵਿੱਚ ਬੜੀ ਰਿਸ਼ਵਤਖੋਰੀ ਹੈ। ਲੋਕ ਡਰਦੇ ਆ, ਅਗਲਾਂ ਦਾ ਪਟਵਾਰੀ ਦੇ ਅੱਗੇ ਹੁੰਦੀ ਨਾ ਲੰਘਣਾ ਪੈ ਜੇ। ਇੰਨਾ ਲੰਮਾ ਸਮਾਂ ਰਹੇ ਹੋ, ਲੋਕਾਂ ਦੇ ਉਹ ਬਦਲਾਅ ਨਹੀਂ ਆਇਆ। ਚਿੱਟੇ ਦਾ ਅਸੀਂ ਲੱਕ ਤੋੜਿਆ। ਵਿਰੋਧੀ ਤਾਂ ਕਹਿ ਰਿਹਾ ਕਹਿੰਦੇ ਵੱਧ ਗਿਆ ਅੱਗੇ ਨਾਲ। ਤੁਸੀਂ ਬਿਜਲੀ ਮੰਤਰੀ ਰਹੇ ਹੋ, ਅਹੁਦਾ ਰਿਹਾ, ਬਿਜਲੀ ਸਸਤੀ ਕਰਨ, ਬਿਜਲੀ ਦਾ ਸਸਤੀ ਦਾ ਬੜਾ ਰੌਲਾ ਚੱਲਦਾ, ਉਹਦੇ ਲਈ ਕੋਈ ਕਿਸੇ ਉਪਰਾਲਾ ਕੀਤਾ ਕਿ ਲੋਕਾਂ ਨੂੰ ਕੋਈ ਫਾਇਦਾ ਹੋਵੇ? ਬੇਅਦਬੀ ਦਾ ਇਨਸਾਫ ਵੀ ਨਹੀਂ ਹੋਇਆ, ਘਰ ਘਰ ਨੌਕਰੀ ਵੀ ਕਹਿੰਦੇ ਨਹੀਂ ਆਈ। ਕਾਨੂੰਨ ਨੇ ਆਪਣਾ ਰਾਹ ਕਰਨਾ ਕਿ ਪੈੜਾਂ ਬਾਦਲ ਦੇ ਘਰ ਵੱਲ ਜਾਂਦੀਆਂ, ਫਿਰ ਉਹ ਪੈੜਾਂ ਗਈਆਂ ਕਿਉਂ ਨਹੀਂ ਉਸ ਤੋਂ ਬਾਅਦ? ਵੇਖੋ, ਇਹ ਤਾਂ ਕੈਪਟਨ ਸਾਹਿਬ ਹੀ ਜਵਾਬ ਦੇ ਸਕਦੇ ਨੇ। ਤੁਸੀਂ ਸਾਥੀ ਰਹੇ ਹੋ। ਕਿਸਾਨਾਂ ਦੇ ਦੁਸ਼ਮਣ ਹੈ, ਉਹਨਾਂ ਨਾਲ ਜਾ ਕੇ ਹੱਥ ਮਿਲਾਉਣਾ ਮੇਰੇ ਖਿਆਲ ਦੇ ਵਿੱਚ ਮੈਂ ਇਹ ਤਾਂ ਗੱਲ ਚੰਗੀ ਸਮਝਦਾ ਨਹੀਂ। ਕੋਈ ਹਾਸਿਆਂ ਤਮਾਸ਼ਿਆਂ ਨਾਲ ਸੀਐਮ ਨਹੀਂ ਮਤਲਬ ਕਾਮਯਾਬ ਹੁੰਦੇ। ਉਹਨਾਂ ਹਲਕਿਆਂ ਜਾ ਕੇ ਪੁੱਛ ਲਓ, ਜਾ ਕੇ ਵੀ ਆਪ ਨੂੰ ਵੋਟ ਪਾਓਗੇ, ਸਾਰੇ ਉਸ ਹਲਕੇ ਕਹਿੰਦੇ ਵੇਖਿਓ ਅਸੀਂ ਗਲਤੀ ਕਰ ਲਈ, ਲੋਕੋ ਤੁਸੀਂ ਨਾ ਗਲਤੀ ਕਰ ਲਿਓ। ਕਾਂਗਰਸੀ ਵਿਧਾਇਕਾਂ ਦਾ ਨਾਮ ਜਿਵੇਂ ਪਹਿਲਾਂ ਕਾਲੀਆਂ ਨਾਲ ਜੁੜਦਾ ਸੀ, ਰੇਤੇ ਨਾਲ ਜੁੜਦਾ। ਗੁਰਪ੍ਰੀਤ ਸਿੰਘ ਕਾਂਗੜ ਦਾ ਵੀ ਕੋਈ ਅਜਿਹਾ ਹੈ? ਮੇਰੇ ਕੋਲ ਮਹਿਕਮਾ ਰਿਹਾ ਹੈ। ਜਦੋਂ ਤੁਸੀਂ ਕਿਸੇ ਅਫਸਰ ਨੂੰ ਤੋਂ ਗਲਤ ਕੰਮ ਕਰਾਉਣ ਦੀ ਕੋਸ਼ਿਸ਼ ਕਰੋਗੇ, ਫਿਰ ਉਹਨੇ ਪੈਸੇ ਮੰਗਣੇ ਆ। ਬੀਜੇਪੀ ਦਾ ਕਿਤੇ ਖਾਤਾ ਵੀ ਨਹੀਂ ਖੁੱਲ੍ਹਣਾ, ਕਿਤੇ ਵੀ ਖਾਤਾ ਨਹੀਂ ਖੁੱਲ੍ਹਣਾ ਪੰਜਾਬ ਦੇ ਵਿੱਚ। ਅੱਜ ਮੈਂ ਲਿਖ ਕੇ ਕਹਿ ਸਕਦਾ। ਕੈਪਟਨ ਸਾਹਿਬ ਨੂੰ ਸਾਰੇ ਐਮਐਲਏ ਮੰਤਰੀਆਂ ਨੇ ਕਿਹਾ ਵੀ ਇਹਨਾਂ ਦੇ ਕਾਬੂ ਪਾਓ, ਇਹ ਬੰਦਿਆਂ ਨੂੰ ਨੱਥ ਪਾਓ, ਫੜੋ, ਜਿਹੜੇ ਪੁਰਾਣੇ ਬੰਦਿਆਂ ਨੇ ਇੰਨਾ ਮਾਫੀਆ ਕੀਤਾ। ਉੱਥੇ ਆ ਕੇ ਪਤਾ ਨਹੀਂ ਉਹਨਾਂ ਦੀ ਕੀ ਮਜਬੂਰੀ ਸੀ। ਮਿਲ ਕੇ ਚੱਲਦੇ ਸੀ। 36,000 ਮੁਲਾਜ਼ਮ ਕਹਿੰਦੇ 36 ਦਿਖਾ ਦਿਓ, ਕਹਿੰਦੇ ਡਿਵੈਲਪਮੈਂਟ ਤਾਂ ਰੋਕ ਰਹੇ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੋਕ ਆਵਾਜ਼ ਟੀਵੀ ਤੇ ਮੈਂ ਮਨਿੰਦਰਜੀਤ ਸਿੱਧੂ। ਪੰਜਾਬ ਦੇ ਵਿੱਚ ਰਾਮਪੁਰਾ ਹਲਕਾ ਇੱਕ ਖਾਸ ਮਾਇਨੇ ਰੱਖਦਾ, ਕਿਉਂਕਿ ਸਰਕਾਰ ਚਾਹੇ ਕਾਂਗਰਸ ਦੀ ਹੋਵੇ ਜਾਂ ਅਕਾਲੀਆਂ ਦੀ, ਰਾਮਪੁਰੇ ਹਲਕੇ ਦੇ ਵਿੱਚੋਂ ਕੈਬਨਿਟ ਮੰਤਰੀ ਜ਼ਰੂਰ ਹੁੰਦਾ। ਜੇਕਰ ਗੱਲ ਕਰਨੀ ਹੋਵੇ ਅਕਾਲੀ ਦਲ ਦੀ ਤਾਂ ਸਿਕੰਦਰ ਸਿੰਘ ਮਲੂਕਾ ਕੈਬਨਿਟ ਮੰਤਰੀ ਰਹੇ ਆ, ਅਤੇ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਈ ਤਾਂ ਗੁਰਪ੍ਰੀਤ ਸਿੰਘ ਕਾਂਗੜ ਕੈਬਨਿਟ ਮਿਨਿਸਟਰ ਰਹੇ ਆ। ਪਿਛਲੇ ਦਿਨੀ ਜਦੋਂ ਕਾਂਗਰਸ ਨੇ ਆਪਣੀ ਕੈਬਨਿਟ ਬਦਲੀ, ਮੁੱਖ ਮੰਤਰੀ ਬਦਲੇ, ਤਾਂ ਗੁਰਪ੍ਰੀਤ ਸਿੰਘ ਕਾਂਗੜ ਉਸ ਦੇ ਵਿੱਚ ਨਹੀਂ ਸਨ, ਉਸ ਕੈਬਨਿਟ ਦੇ ਵਿੱਚ ਨਹੀਂ ਸਨ। ਪਰ ਹੁਣ ਹਲਕੇ ਦੇ ਵਿੱਚ ਕਾਂਗਰਸ ਤੇ ਟਿਕਟ ਤੇ ਚੋਣ ਲੜ ਰਹੇ ਆ। ਚਰਚੇ ਤੈ ਵੀ ਸੀ ਕਿ ਟਿਕਟ ਨਹੀਂ ਮਿਲੇਗੀ, ਪਰ ਉਹ ਚਰਚਾ ਤੇ ਵਿਰਾਮ ਲੱਗਿਆ। ਗੁਰਪ੍ਰੀਤ ਸਿੰਘ ਕਾਂਗੜ ਮੈਦਾਨ ਦੇ ਵਿੱਚ ਨੇ, ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਕਿਵੇਂ ਦੇਖਦੇ ਹੋ, ਕਿਵੇਂ ਚੋਣ ਪ੍ਰਚਾਰ ਕਿਸ ਤਰੀਕੇ ਨਾਲ ਚੱਲ ਰਿਹਾ? ਚੋਣ ਪ੍ਰਚਾਰ ਬਹੁਤ ਅੱਛਾ ਚੱਲ ਰਿਹਾ ਜੀ। ਹਾਂਜੀ, ਜਿਸ ਪਿੰਡ 'ਚ ਵੀ ਜਾ ਰਹੇ हैं बड़ा सोहना माहौल है, लोग बड़ा प्यार कर रहे हैं। तो मैं 4 इलैक्शन लड़ियाँ, 5ਵੀਂ मेरी इलैक्शन है। मैं की महसूस करदा भी दूजियां इलैक्शनां नालों बड़ा डिफरेंट है और वधिया माहौल दे विच लोगों का प्यार इज्जत मिल रही है। ਕੀ ਚੀਜ਼ ਡਿਫਰੈਂਟ ਹੈ ਇਸ ਵਾਰ, ਕੀ ਫਰਕ ਕੀ ਲੱਗ ਰਿਹਾ? देखो फर्क ये है भी 5 साल का जिहड़ा साडा सरकार रही है, मैं आपदे हलके दे विच जो विकास पिछले 50 सालों तो नहीं होए सी, वो मैं विकास उस लैवल ते मतलब इतिहासक विकास होया है जिहड़े लोकां दे नाल रोटी रोजी का मसला सी। ਹਾਂਜੀ, जिवें मैं कह सकदा पानी की गल है, जो नहरी पानी है, जिवें साडे आम तौर पर अनकमांड एरिया पिया सी बहुत वड्डी तादाद दे विच। ठीक है जी। तो मैं सरकार बन तो बाद यही महसूस किया सी, सोचिया सी जिहड़े परिवारां दे खेतां 'च नहरी पानी नहीं, उन्हां दे खेतां तक नहरी पानी पहुँचाया जाए। वो वड्डी गिनती 'च मैं हज़ारां एकड़ दे विच जिहड़े बिल्कुल किते लोकां ने सोचिया भी नहीं सी भी सानू नहर का पानी साडे खेतां नूं आके लगूगा। कहने का भाव मैं टिब्बियां ते पानी चढ़ाया।
ਸਿਕੰਦਰ ਸਿੰਘ ਮਲੂਕਾ ਤਾਂ ਕਹਿੰਦੇ ਆ ਵਿਕਾਸ ਨਹੀਂ ਕਰਵਾਇਆ, ਸਾਡੀ ਪਿਛਲੇ ਦਿਨੀ ਗੱਲ ਹੋਈ ਹੈ, ਕਹਿੰਦੇ ਕੋਈ ਵਿਕਾਸ ਨਹੀਂ, ਬੁਰਾ ਹਾਲ ਆ ਲੋਕਾਂ ਦਾ, ਕਾਂਗਰਸੀ ਛੱਡ ਸਾਡੇ ਵੱਲ ਆ ਰਹੇ ਆ ਕਹਿੰਦੇ। ਵੇਖੋ ਮੈਂ ਇਹਦੇ ਬਾਰੇ ਕੁਝ ਮੈਂ ਹੋਰ ਕਹਾਂ ਵੀ ਅਕਾਲੀ ਦਲ ਛੱਡ ਕੇ ਮੇਰੇ ਬੰਨੀ ਆ ਰਿਹਾ ਹੈ, ਇਹ ਸਮਾਂ ਦੱਸੂ। 20 ਤਰੀਕ ਹੁਣ ਇਲੈਕਸ਼ਨ ਹੋਣੀ ਹੈ, ਪੋਲਿੰਗ ਹੋਣੀ ਹੈ, ਅੱਗੇ ਰਿਜ਼ਲਟ ਆ ਜਾਣਾ। ਹਾਂਜੀ, ਰਿਜ਼ਲਟ ਤੋਂ ਪਤਾ ਵੇਖੋ ਪਹਿਲਾਂ ਜਿਹੜੀਆਂ ਵਾਧੂ ਦੀਆਂ ਢੀਂਗਾਂ ਮਾਰਨੀਆਂ ਉਹ ਚੰਗੀਆਂ ਨਹੀਂ ਹੁੰਦੀਆਂ। ਮੈਂ ਆਪਣੇ ਕੰਮਾਂ 'ਤੇ ਵਿਸ਼ਵਾਸ ਰੱਖਦਾ। ਵਿਰੋਧੀ ਧਿਰ ਨੇ ਕੁਛ ਹਰੇਕ ਗੱਲ ਕਹਿਣੀ ਹੁੰਦੀ ਹੈ ਵੀ ਕੁਛ ਨਹੀਂ ਹੋਇਆ, ਕੁਛ ਨਹੀਂ ਹੋਇਆ। ਉਹ ਉਹਨਾਂ ਦਾ ਵੀ ਜਾਣ ਦਾ ਲੋਕਾਂ ਦੇ ਵਿੱਚ ਕੋਈ ਜ਼ਰੀਆ ਹੁੰਦਾ, ਕੁਛ ਨਾ ਕੁਛ ਤਾਂ ਉਹ ਆਪਦਾ ਗੱਲ ਲੈ ਕੇ ਜਾਂਦੇ ਹੀ ਹੈ। ਪਰ ਜਿਹੜੀ ਅਸਲੀਹਾਂ ਤੋਂ ਉਹ ਬਹੁਤ ਦੂਰ ਨੇ ਔਰ ਸਾਹਮਣੇ ਆ। ਤੁਸੀਂ ਪਿੰਡਾਂ 'ਚ ਜਾਓਗੇ, ਪਿੰਡਾਂ ਦੇ ਪਿੰਡ ਬੋਲਦੇ ਨੇ ਔਰ ਕਹਿੰਦੇ ਨੇ ਵੀ ਜੋ ਐਤਕੀ ਸਾਡੇ ਨਗਰ ਦਾ ਵਿਕਾਸ ਹੋਇਆ, ਪਿੰਡ ਦਾ ਵਿਕਾਸ ਹੋਇਆ, ਇਹ ਤੋਂ ਪਹਿਲਾਂ ਕਦੇ ਵੀ ਅਸੀਂ ਸੋਚਿਆ ਨਹੀਂ ਸੀ ਜਿੰਨਾ ਐਤਕੀ ਹੋਇਆ। ਤੁਹਾਡੇ ਚਰਚੇ ਇੱਕ ਬਣ ਗਏ ਸੀ ਕਿ ਬੀਜੇਪੀ ਵਿੱਚ ਜਾਣ ਦੇ, ਉਹ ਚਰਚੇ ਕਿਸ ਗੱਲ ਤੇ ਬਣੇ? ਕੋਈ ਸੀ ਗੱਲਬਾਤ ਜਾਂ ਵੈਸੀ ਅਫਵਾਹ ਸੀ? ਵੇਖੋ ਬਿਲਕੁਲ ਨਹੀਂ ਸੀ। ਮੈਂ 2002 ਦੇ ਵਿੱਚ ਆਜ਼ਾਦ ਤੌਰ 'ਤੇ ਜਿੱਤਿਆ ਸੀ। ਹਾਂਜੀ, ਉਦੋਂ ਬਾਅਦ ਮੈਂ ਕਾਂਗਰਸ ਜੁਆਇਨ ਕੀਤੀ। ਉਦੋਂ ਬਾਅਦ ਮੈਂ ਕਿਸੇ ਨਾ ਕਿਤੇ ਸੋਚਿਆ ਸੀ ਨਾ ਕਿਤੇ ਜਾਣਾ ਹੈ, ਇੱਥੇ ਹੀ ਕਾਂਗਰਸ ਪਾਰਟੀ 'ਚ ਹੀ ਰਹਿਣਾ ਹੈ। ਬਿਲਕੁਲ ਵੀ ਕਿਤੇ ਪਾਸੇ ਹੋਰ ਆਪਾਂ ਇਹ ਜਿਹੜੀ ਸੀ ਇਹ ਵਿਰੋਧੀਆਂ ਦੀ ਇੱਕ ਰਿਊਮਰ ਹਵਾ ਉਠਾਈ ਹੋਈ ਸੀ। ਤੇ ਬੀਜੇਪੀ 'ਚ ਮੇਰਾ ਜਾਣ ਦਾ ਕੀ ਮਕਸਦ ਸੀ? ਬੀਜੇਪੀ ਵਾਲੇ ਸਾਡੇ ਸਿੱਖਾਂ ਦੇ ਖਿਲਾਫ, ਸਾਡੇ ਕਿਸਾਨਾਂ ਦੇ ਖਿਲਾਫ, ਸਾਡੇ ਜਿਹੜੇ ਉੱਥੇ ਸ਼ਹੀਦ ਹੋਏ 750 ਸਾਡਾ ਕਿਸਾਨ, ਅੰਨਦਾਤਾ, ਮਜ਼ਦੂਰ, ਉਹਨਾਂ ਦੀ ਇਹਨਾਂ ਨੇ ਬਲੀ ਦੇ ਬੱਕਰੇ ਬਣਾ ਕੇ ਸ਼ਹੀਦੀਆਂ ਦਿੱਤੀਆਂ। ਤੇ ਮੈਂ ਐਡਾ ਕਿਰਤ ਕਰਨੀ ਵੀ ਮੈਂ ਬੀਜੇਪੀ 'ਚ ਚਲਿਆ ਜਾਵਾਂ। ਮੇਰੇ ਭਰਾ ਸੀ, ਮੇਰੇ ਚਾਚੇ ਤਾਏ ਸੀ, ਮੇਰੇ ਮਨ 'ਚ ਉਹਨਾਂ ਦਾ ਦਰਦ ਹੈ, ਇਸ ਕਰਕੇ ਮੈਂ ਬੀਜੇਪੀ ਨੂੰ ਸਪੋਰਟ ਦੇਵਾਂਗਾ। ਇਹ ਤਾਂ ਕਦੇ ਸੋਚ ਨਹੀਂ ਸਕਦੇ। ਇਹ ਵੀ ਕਹਿੰਦੇ ਨੇ ਜਿਵੇਂ ਹੁਣ ਮੁੱਖ ਮੰਤਰੀ ਦੇ ਘਰ ਤੇ ਰੇਡ ਪਈ ਹੈ, ਈਡੀ ਦੀ ਵੀ, ਈਡੀ ਦੇ ਨੋਟਿਸ ਬੜੇ ਆ ਰਹੇ ਆ, ਤੁਹਾਨੂੰ ਵੀ ਕੋਈ ਆਇਆ ਸੀ? ਈਡੀ ਦੇ ਨੋਟਿਸ ਮੈਨੂੰ ਤਾਂ ਕੋਈ ਆਇਆ ਨਹੀਂ ਜੀ। ਈਡੀ ਦੀ ਸੁਣਿਆ ਜਿਹੜਾ ਹੁਣ ਕੱਲ ਪੋਲੀਟੀਕਲੀ ਸਾਰੀ ਗੇਮ ਚੱਲ ਰਹੀ ਹੈ, ਡਰਾ ਧਮਕਾ ਰਹੇ ਨੇ ਵੀ ਬੀਜੇਪੀ ਜੁਆਇਨ ਕਰੋ, ਐਂ ਕਿਤੇ ਪਾਰਟੀਆਂ ਜੁਆਇਨ ਹੁੰਦੀਆਂ। ਇਹ ਤਾਂ ਗੱਲ ਬਿਲਕੁਲ ਹੀ ਲੋਕਤੰਤਰ ਦਾ ਘਾਣ ਹੈ ਇਸ ਗੱਲ ਦੇ ਵਿੱਚ। ਜੇ ਇਹ ਜਿਹੀਆਂ ਗੱਲਾਂ ਸੱਚ ਹੈ ਵੀ ਪ੍ਰੈਸ਼ਰ ਨਾਲ, ਦਬਾਅ ਨਾਲ, ਈਡੀ ਦੀਆਂ ਰੇਡਾਂ ਦੇ ਨਾਲ ਲੋਕਾਂ ਨੂੰ, ਲੀਡਰਾਂ ਨੂੰ ਬੰਦੀ ਬਣਾ ਕੇ ਵਿੱਚ ਬਾੜ ਲੈਣਾ, ਇਹ ਬਹੁਤ ਚੰਗੀ ਗੱਲ ਨਹੀਂ, ਬਹੁਤ ਮਾੜੀ ਹੈ। ਜਿਹੜਾ 6 ਕਰੋੜ ਰੁਪਇਆ ਮਿਲਿਆ ਫਿਰ ਉਹਦੇ ਕੀ ਕਹੋਗੇ? ਵੇਖੋ ਵੀ ਮੈਂ ਅਖਬਾਰਾਂ 'ਚ ਤੁਹਾਡੇ ਰਾਹੀਂ ਸੁਣਿਆ ਹੈ। ਮੇਰੇ ਖਿਆਲ 'ਚ ਸਾਰਾ ਇਹਨਾਂ ਨੇ ਫਰਜੀ ਆਪਦੀ ਇਕੱਠਾ ਕਰਕੇ ਇੱਕ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਬਿਲਕੁਲ ਵੀ ਕੋਈ ਐਸੀ ਗੱਲ ਨਹੀਂ ਹੋਊਗੀ। 6 ਦਾ 20 ਕਰੋੜ ਬਣਾ ਦਿੰਦੇ, 25 ਬਣਾ ਦਿੰਦੇ। ਜਦੋਂ ਕਿਸੇ ਬੰਦੇ ਨੂੰ ਫਸਾਉਣਾ ਹੀ ਹੈ, ਇੱਕ ਜਦੋਂ ਮਾੜੀ ਨੀਤ ਨਾਲ ਸੋਚ ਹੀ ਲੈਣਾ ਵੀ ਅਸੀਂ ਇਹਨਾਂ ਦਾ ਨੁਕਸਾਨ ਕਰਨਾ ਹੈ, ਨੁਕਸਾਨ ਕਰਕੇ ਪਾਰਟੀ ਦੇ ਵਿੱਚ ਜੇ ਅੱਜ ਜਿਹੜੇ ਬੰਦਿਆਂ 'ਤੇ ਰੇਡਾਂ ਕਰਦੇ ਫਿਰਦੇ ਹੈ, ਜੇ ਉਹ ਬੀਜੇਪੀ ਜੁਆਇਨ ਕਰ ਜਾਣ ਫਿਰ ਉਹ ਦੁੱਧ ਦੇ ਉੱਤੇ ਹੋ ਜਾਣਗੇ। ਇਹ ਤਾਂ ਬਿਲਕੁਲ ਹੀ ਗਲਤ ਗੱਲ ਹੈ ਜੀ। ਡਰਾਵਾ ਤੁਹਾਡੇ ਕਹਿਣ ਮਤਲਬ? ਡਰਾਵਾ, ਬਿਲਕੁਲ ਡਰਾਵਾ। ਡਰਨਗੇ ਲੋਕ? ਨਾ, ਬਿਲਕੁਲ ਨਹੀਂ ਡਰਨਗੇ ਜੀ। ਤੁਸੀਂ ਬਿਜਲੀ ਮੰਤਰੀ ਰਹੇ ਹੋ, ਅਹੁਦਾ ਰਿਹਾ, ਬਿਜਲੀ ਸਸਤੀ ਕਰਨ, ਬਿਜਲੀ ਦਾ ਸਸਤੀ ਦਾ ਬੜਾ ਰੌਲਾ ਚੱਲਦਾ, ਉਹਦੇ ਲਈ ਕੋਈ ਕਿਸੇ ਉਪਰਾਲਾ ਕੀਤਾ ਕਿ ਲੋਕਾਂ ਨੂੰ ਕੋਈ ਫਾਇਦਾ ਹੋਵੇ? ਬਿਲਕੁਲ। ਵੇਖੋ ਉਪਰਾਲਾ ਕੀਤਾ ਕਰਕੇ ਤਾਂ ਹੁਣ ਪੰਜਾਬ ਦਾ ਸੂਬਾ, ਹਾਂਜੀ, ਸਾਰੇ ਸੂਬਿਆਂ ਨੂੰ ਇਸ ਵੇਲੇ ਸਸਤੀ ਬਿਜਲੀ ਹੈ। ਉਹ ਤਾਂ ਹੁਣ ਮਗਰੋਂ ਆ ਕੇ ਹੋਈ ਹੈ। ਬਿਲਕੁਲ। ਵੇਖੋ ਜਿਹੜੀਆਂ ਇਹ ਐਕਸਰਸਾਈਜ਼ ਚੱਲ ਰਹੀ ਸੀ ਤਾਂ ਉਦੋਂ ਦੀ ਚੱਲ ਰਹੀ ਸੀ। ਬੜੇ ਮਤਲਬ ਸਿਟੀਆਂ ਹੋਈਆਂ ਦਿੱਲੀ 'ਚ ਵੀ ਜਾ ਕੇ, ਦੂਜੀਆਂ ਹੋਰ ਬਾਹਰ ਦੂਰ ਦਰੇਡੇ ਜਿੱਥੇ ਵੀ ਕੋਈ ਬਿਜਲੀ ਦੇ ਸੰਬੰਧ ਵਿੱਚ ਕੋਈ ਮਤਲਬ ਚੰਗੇ ਲਈ ਉਹਦੇ ਨਾਲ ਮੀਟਿੰਗਾਂ ਕਰਕੇ ਵੱਡੇ ਦੂਜੀਆਂ ਸਟੇਟਾਂ 'ਚ, ਦੂਜੇ ਬਾਹਰਲੇ ਦੇਸ਼ਾਂ 'ਚ ਵੀ ਅਸੀਂ ਆਪਦੇ ਇੰਜੀਨੀਅਰ ਭੇਜੇ ਸੀ ਵੀ ਕਿਵੇਂ ਨਾ ਕਿਵੇਂ ਪੰਜਾਬ ਨੂੰ ਸਸਤੀ ਬਿਜਲੀ ਦਿੱਤੀ ਜਾਵੇ। ਉਹ ਹੋ ਗਈ। ਅੱਜ ਪੰਜਾਬ ਸੂਬਾ ਸਭ ਤੋਂ ਸਸਤੀ ਬਿਜਲੀ ਦੇ ਰਿਹਾ। ਤੁਹਾਡੇ ਹਲਕੇ ਦਾ ਸਭ ਤੋਂ ਵੱਡਾ ਪਿੰਡ ਤੇ ਕੈਪਟਨ ਅਮਰਿੰਦਰ ਸਿੰਘ ਦਾ ਜੱਦੀ ਪਿੰਡ ਮਹਿਰਾਜ ਦੇ ਵਿੱਚ ਚਿੱਟੇ ਦਾ ਮਾਮਲਾ ਬੜਾ ਉੱਠਦਾ ਰਿਹਾ, ਚਿੱਟੇ ਨਾਲ ਮੌਤਾਂ ਵੀ ਹੋਈਆਂ, ਉਹਦੇ ਲਈ ਕੀ ਕੀਤਾ ਕੋਈ? ਵੇਖੋ ਚਿੱਟਾ ਤਾਂ ਸਾਰੇ ਪੰਜਾਬ ਦੇ ਸੀ। ਹਾਂਜੀ, ਕਈ ਲੋਕ ਸ਼ਰਾਰਤੀ ਅਨਸਰ ਹੁੰਦੇ ਆ ਜਿਹੜਾ ਪਿੰਡ ਨੂੰ ਆਪਣੇ ਆਪ ਹੀ ਬਦਨਾਮ ਕਰਨਾ। ਠੀਕ ਹੈ, ਉੱਥੇ ਮੌਤਾਂ ਹੋਈਆਂ ਸੀ, 2 ਇਕੱਠੀਆਂ ਹੋਈਆਂ ਸੀ, ਬੜਾ ਦਰਦ ਹੈ, ਬਹੁਤ ਮਾੜਾ ਹੈ। ਇਹ ਜਿਹੜੀ ਚਿੱਟੇ ਦੀ ਜਿਹੜੀ ਲਾਗ ਹੈ, ਇਹਨੇ ਬਹੁਤ ਘਰ ਬਰਬਾਦ ਕਰ ਦਿੱਤੇ। ਮਤਲਬ ਮਾਵਾਂ ਦੇ ਪੁੱਤ ਜਿਹੜੇ ਇਕੱਲੇ ਸੀ, ਐ ਗੱਭਰੂ ਦਰਸ਼ਨੀ ਜਵਾਨ, ਉਹ ਚਿੱਟੇ ਦੀ ਬਲੀ ਚੜ੍ਹ ਗਏ ਨੇ। ਉਹ ਸਾਡੇ ਹੀ ਭਰਾ ਸੀ, ਸਾਡੇ ਹੀ ਬੱਚੇ ਸੀ। ਤੇ ਕੋਈ ਇਹ ਨਹੀਂ ਵੀ ਐਵੇਂ ਛਾਲਿਆ ਗਿਆ ਉਦੋਂ ਮੁੱਖ ਮੰਤਰੀ ਦਾ ਪਿੰਡ ਕਰਕੇ ਵੀ ਮੁੱਖ ਮੰਤਰੀ ਦੇ ਪਿੰਡ ਦੇ ਵਿੱਚ ਚਿੱਟਾ ਹੈ, ਉਹ ਵੀ ਬਦਨਾਮ ਕਰਨ ਦੀ ਕੋਸ਼ਿਸ਼ ਸੀ। ਚਿੱਟਾ ਤਾਂ ਸਾਰੇ ਥਾਵਾਂ 'ਤੇ ਹੈ, ਪੰਜਾਬ ਦੇ ਕਿਸੇ ਕੋਨੇ ਚਲੇ ਜਾਓ। ਪਰ ਅਸੀਂ ਇਹ ਵੀ ਕਹਿ ਸਕਦੇ ਹਾਂ ਵੀ ਚਿੱਟੇ ਦਾ ਅਸੀਂ ਲੱਕ ਤੋੜਿਆ। ਜੋ ਪਿਛਲੇ ਅਕਾਲੀ ਬੀਜੇਪੀ ਸਰਕਾਰ ਦੇ ਵਿੱਚ ਹੱਟੀਆਂ ਦੇ ਚਿੱਟਾ ਮਿਲਦਾ ਸੀ, ਹੁਣ ਉਹ ਗੱਲਾਂ ਨਹੀਂ। ਹੁਣ ਡੱਡ ਮਾਰ ਕੇ ਤਾਂ ਵੇਚਦੇ ਨੇ, ਪਰ ਲੱਕ ਜ਼ਰੂਰ ਤੋੜਿਆ। ਵਿਰੋਧੀ ਤਾਂ ਕਹਿ ਰਿਹਾ ਕਹਿੰਦੇ ਵੱਧ ਗਿਆ ਅੱਗੇ ਨਾਲੋਂ। ਨਹੀਂ, ਵੇਖੋ ਤੁਸੀਂ ਮੌਤਾਂ ਦੇਖ ਲਓ। ਜਦੋਂ ਪਹਿਲਾਂ ਮੌਤਾਂ, ਕਿੰਨੀਆਂ ਮੌਤਾਂ ਨੌਜਵਾਨਾਂ ਦੀਆਂ ਹੁੰਦੀਆਂ ਸੀ, ਹੁਣ ਤੁਹਾਡੇ ਪੰਜਾਬ 'ਚ ਕੋਈ ਟਾਮੀ ਕਿਤੇ ਨਜ਼ਰ ਆਉਂਦੀ ਹੈ। ਸੋ ਉਹ ਵੀ ਮਾੜੀ ਹੈ, ਉਹਨੂੰ ਵੀ ਕੰਟਰੋਲ ਕੀਤਾ ਜਾਵੇ ਤੇ ਕਰਾਂਗੇ ਵੀ ਜੀ।
ਇਹ ਕਾਂਗਰਸ ਜਦੋਂ ਸੱਤਾ 'ਚ ਆਈ ਸੀ, ਜਿਸ ਕੈਬਨਿਟ ਦੇ ਤੁਸੀਂ ਹਿੱਸਾ ਵੀ ਰਹੇ ਹੋ, ਕਿਹਾ ਸੀ ਘਰ ਘਰ ਨੌਕਰੀ ਦਿੱਤੀ ਜਾਵੇਗੀ। ਉਸ ਤੋਂ ਬਾਅਦ ਕਿਹਾ ਸੀ ਬੇਅਦਬੀ ਦਾ ਇਨਸਾਫ ਦਿਵਾਇਆ ਜਾਵੇਗਾ। ਦੋ ਵੱਡੇ ਮੁੱਦੇ ਸੀ, ਨਸ਼ਾ ਖਤਮ ਕਰਨਾ, ਚਲੋ ਉੱਤੇ ਤੁਸੀਂ ਗੱਲ ਕਰ ਲਈ, ਬੇਅਦਬੀ ਦਾ ਇਨਸਾਫ ਵੀ ਨਹੀਂ ਹੋਇਆ, ਘਰ ਘਰ ਨੌਕਰੀ ਵੀ ਕਹਿੰਦੇ ਨਹੀਂ ਆਈ। ਵੇਖੋ ਜਿਹੜਾ ਬੇਅਦਬੀ ਦਾ ਹੈਗਾ ਉਹ ਅੰਡਰ ਟ੍ਰਾਇਲ ਹੈ, ਹਾਂਜੀ, ਕੋਰਟ ਦੇ ਵਿੱਚ ਮਸਲਾ ਹੈ। ਦੋਸ਼ੀਆਂ ਨੂੰ ਬਸ ਸਜ਼ਾ ਮਿਲੂਗੀ, ਕਾਨੂੰਨ ਨੇ ਆਪਣਾ ਰਾਹ ਕਰਨਾ ਹੈ। ਜਿੰਨੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ ਉਹਨਾਂ ਨੂੰ ਸਲਾਖਾਂ ਥੱਲੇ ਸਿੱਟਿਆ। ਜਿਹੜੇ ਬੰਦੇ ਵੀ ਇਹਦੇ ਵਿੱਚ ਇਨਵੋਲਵ ਸੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਵਾਲੇ, ਅੱਜ ਲੋਕਾਂ ਦੀਆਂ ਕਚਹਿਰੀਆਂ 'ਚ ਵੀ ਉਹ ਖੜ ਨਹੀਂ ਸਕਦੇ। ਤੁਹਾਨੂੰ ਵੀ ਪਤਾ ਹੈ, ਭੱਜਦੇ ਫਿਰਦੇ ਨੇ, ਲੁਕੇ ਫਿਰਦੇ ਨੇ, ਡਰੇ ਫਿਰਦੇ ਨੇ। ਇਹ ਮੈਂ ਕਹਿਣਾ ਨਹੀਂ ਚਾਹੁੰਦਾ, ਤੁਹਾਨੂੰ ਸਾਰਿਆਂ ਨੂੰ, ਪੰਜਾਬ ਦੇ ਲੋਕਾਂ ਨੂੰ ਸਾਰਾ ਪਤਾ ਹੈ। ਕੈਪਟਨ ਸਾਹਿਬ ਜਦੋਂ ਆਏ ਸੀ ਬਾਈਬਲ ਕਲਾਂ, ਤਾਂ ਉੱਥੇ ਉਹਨਾਂ ਨੇ ਕਿਹਾ ਸੀ ਕਿ ਪੈੜਾਂ ਬਾਦਲ ਦੇ ਘਰ ਵੱਲ ਜਾਂਦੀਆਂ, ਫਿਰ ਉਹ ਪੈੜਾਂ ਗਈਆਂ ਕਿਉਂ ਨਹੀਂ ਉਸ ਤੋਂ ਬਾਅਦ? ਵੇਖੋ ਇਹ ਤਾਂ ਕੈਪਟਨ ਸਾਹਿਬ ਹੀ ਜਵਾਬ ਦੇ ਸਕਦੇ ਨੇ। ਤੁਸੀਂ ਸਾਥੀ ਰਹੇ ਹੋ। ਨਹੀਂ, ਮੈਂ ਸਾਥੀ ਤਾਂ ਰਿਹਾ, ਹਾਂਜੀ, ਪਰ ਬਹੁਤ ਹਾਇਰ ਲੈਵਲ ਦੀਆਂ ਗੱਲਾਂ ਸੀ। ਹੁਣ ਇਸੇ ਕਰਕੇ ਜੇ ਪੈਣਾ ਭਾਲ ਲੈਂਦੇ ਕੈਪਟਨ ਸਾਹਿਬ, ਇਹ ਅੱਜ ਅਸਰ ਨਾ ਹੁੰਦਾ ਕੈਪਟਨ ਸਾਹਿਬ ਦਾ। ਕੈਪਟਨ ਸਾਹਿਬ ਨੂੰ ਕਿਵੇਂ ਦੇਖਦੇ ਹੋ? ਅੱਡ ਹੋਏ ਆ, ਪੰਜਾਬ ਲੋਕ ਕਾਂਗਰਸ ਬਣਾਈ ਹੈ, ਤੁਹਾਡੇ ਸਾਥੀ ਰਿਹਾ, ਤੁਹਾਨੂੰ ਖਾਸ ਵੀ ਕਿਹਾ ਜਾਂਦਾ ਉਹਨਾਂ ਨੂੰ। ਦੇਖੋ ਉਹ ਬਹੁਤ ਸਾਥੋਂ ਵੱਡੇ ਨੇ, ਸਤਿਕਾਰਯੋਗ ਨੇ। ਜਿਹੜਾ ਉਹਨਾਂ ਨੇ ਫੈਸਲਾ ਕੀਤਾ ਉਹ ਗਲਤ ਕੀਤਾ। ਇਸ ਉਮਰ ਦੇ ਵਿੱਚ ਪਾਰਟੀ ਵਿੱਚ ਰਹਿ ਕੇ ਆਪਦੀ ਜਿੰਨੀ ਉਹਨਾਂ ਨੇ, ਪੰਜਾਬ ਦੇ ਜਨਤਾ ਨੇ ਉਹਨਾਂ ਨੂੰ ਬਹੁਤ ਵੱਡਾ ਪਿਆਰ ਫਤਵਾ ਦਿੱਤਾ ਸੀ, 2 ਵਾਰੀ ਚੀਫ ਮਿਨਿਸਟਰ ਬਣਾਉਣਾ ਪੰਜਾਬ ਦੇ ਲੋਕਾਂ ਨੇ, ਬਹੁਤ ਵੱਡੀ ਗੱਲ ਸੀ। ਅੱਜ ਉਸ ਪਾਰਟੀ ਨੂੰ ਛੱਡ ਕੇ ਬੀਜੇਪੀ ਵਾਲਿਆਂ ਦੇ ਨਾਲ ਜਾਣਾ, ਜਿਨ੍ਹਾਂ ਸਾਡੇ 1 ਨੰਬਰ ਦੇ ਕਿਸਾਨਾਂ ਦੇ ਦੁਸ਼ਮਣ ਹੈ, ਉਹਨਾਂ ਨਾਲ ਜਾ ਕੇ ਹੱਥ ਮਿਲਾਉਣਾ, ਮੇਰੇ ਖਿਆਲ ਦੇ ਵਿੱਚ ਮੈਂ ਇਹ ਤਾਂ ਗੱਲ ਚੰਗੀ ਸਮਝਦਾ ਨਹੀਂ। ਇਹ ਪਤਾ ਨਹੀਂ ਉਹਨਾਂ ਦੀ ਆਪਦੀ ਸੋਚ ਹੈ ਕੀ ਹੈ ਕੀ ਨਹੀਂ, ਇਹ ਵਰਨਾ ਉਹੀ ਜਵਾਬ ਦੇ ਸਕਦੇ ਨੇ। ਚੰਨੀ ਸਾਹਿਬ ਗੱਲਾਂ ਕਰਦੇ ਆ, ਐਲਾਨ ਕਰਦੇ ਆ, ਚੰਨੀ ਸਾਹਿਬ ਲੋਕਾਂ ਨਾਲ ਵਾਅਦੇ ਕਰਦੇ ਆ, ਚੰਨੀ ਸਾਹਿਬ ਲੋਕਾਂ ਦੇ ਵਿੱਚ ਇੱਕ ਕਾਂਗਰਸ ਪ੍ਰਤੀ ਵੇਵ ਲੈ ਕੇ ਆਉਂਦੇ ਆ, ਸਿੱਧੂ ਸਾਹਿਬ ਮਗਰੋਂ ਆਉਂਦੇ ਆ, ਸਭ ਕੁਝ ਖਤਮ ਕਰਕੇ ਚਲੇ ਜਾਂਦੇ ਆ। ਕਿਵੇਂ ਦੇਖਦੇ? ਨਹੀਂ ਵੇਖੋ, ਇਹ ਤਾਂ ਨਹੀਂ ਗੱਲ। ਹੁਣ ਤੁਸੀਂ ਵੇਖੋ ਮਾਹੌਲ ਬੜਾ ਅੱਛਾ ਹੈ, ਹਾਂਜੀ, ਸਾਰੇ ਰਲ ਮਿਲ ਕੇ ਚੱਲ ਰਹੇ ਹਾਂ, ਰਿਜ਼ਲਟ ਵੀ ਵਧੀਆ ਆਉਣ ਲੱਗ ਗਏ ਨੇ। ਹਰੇਕ ਪਰਿਵਾਰ 'ਚ ਭਾਂਡੇ ਹੁੰਦੇ ਆ, ਖੜਕਦੇ ਹੁੰਦੇ ਆ। ਮਾੜੀ ਮੋਟੀ ਗੱਲ ਸੀ, ਉਹ ਠੀਕ ਹੋ ਗਈ ਹੈ। ਕਹਿੰਦੇ ਕਾਂਗਰਸ ਦੇ ਚਿੱਬੇ ਕਰਤੇ ਭਾਂਡੇ, ਕਹਿੰਦੇ ਇੰਨੇ ਖੜਕਾ। ਨਹੀਂ, ਕੋਈ ਐਸੀ ਗੱਲ ਨਹੀਂ। ਤੁਸੀਂ ਵੇਖੋਗੇ ਰਿਜ਼ਲਟ ਵਧੀਆ ਆਉਣਗੇ, ਸਰਕਾਰ ਬਣੂਗੀ, ਦੋਹਾਂ ਦੀ ਜੋੜੀ ਨੇ ਵਧੀਆ ਕੰਮ ਕਰਨਾ। ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ? ਵੇਖੋ ਇਹ ਹਾਈ ਕਮਾਂਡ ਦੇ ਵੱਸ ਹੈ, ਇਹ ਤਾਂ ਮੈਂ ਕਹਿ ਨਹੀਂ ਸਕਦਾ। ਤੁਹਾਡਾ ਮਨਪਸੰਦ ਕੌਣ ਹੈ? ਨਹੀਂ, ਮੈਂ ਤਾਂ ਵੇਖੋ ਜਿਹੜਾ ਵੀ ਹਾਈ ਕਮਾਂਡ ਨੇ ਦੇ ਦਿੱਤਾ ਸਾਨੂੰ ਤਾਂ ਮਨਪਸੰਦ ਉਹੀ ਹੁੰਦਾ ਹੈ। ਤੁਹਾਨੂੰ ਤੁਹਾਡੇ ਜਦੋਂ ਦੁਬਾਰਾ ਕੈਬਨਿਟ ਚੁਣੀ ਗਈ, ਤੁਹਾਡੇ ਤੋਂ ਕੈਬਨਿਟ ਰੈਂਕ ਵਾਪਸ ਲੈ ਲਿਆ ਗਿਆ, ਕੀ ਕਾਰਨ ਮੰਨਦੇ ਹੋ? ਕੰਮ ਨਹੀਂ ਕੀਤੇ? ਨਹੀਂ ਵੇਖੋ, ਇਹ ਹਾਈ ਕਮਾਂਡ ਦਾ ਫੈਸਲਾ ਸੀ, ਮੈਂ ਕੁਛ ਨਹੀਂ ਇਹਦੇ ਬਾਰੇ ਕਹਿ ਸਕਦਾ। ਵੀ ਜੋ ਫੈਸਲਾ ਕੀਤਾ ਸਿਰ ਮੱਥੇ ਪ੍ਰਵਾਨ ਸਾਨੂੰ, ਕਿਸੇ ਨੂੰ ਹੋਰ ਨੂੰ ਮੌਕਾ ਮਿਲਿਆ, ਕੋਈ ਐਸੀ ਗੱਲ ਨਹੀਂ। ਅਸੀਂ ਅੱਜ ਵੀ ਪਾਰਟੀ 'ਚ ਵਿਦਨ ਪਾਰਟੀ ਬਹਿ ਕੇ ਖੁਸ਼ ਹਾਂ, ਵਰਕ ਕਰ ਰਹੇ ਹਾਂ, ਪਾਰਟੀ ਲਈ ਚੰਗੀ ਚੜ੍ਹਦੀ ਕਲਾ ਵੱਲ ਸੋਚ ਰਹੇ ਹਾਂ। ਅਸੀਂ ਕੋਈ ਗੁੱਸੇ ਗਿਲੇ ਹੋ ਕੇ ਨਹੀਂ ਘਰੇ ਬੈਠੇ। ਇਸ ਕਰਕੇ ਪਾਰਟੀ ਬਹੁਤ ਵੱਡੀ ਮਾਂ ਹੁੰਦੀ ਹੈ, ਜੋ ਫੈਸਲਾ ਕਰਦੀ ਹੈ ਸਿਰ ਮੱਥੇ। ਭਗਵੰਤ ਮਾਨ ਨੂੰ ਸੀਐਮ ਦਾ ਚਿਹਰਾ ਅਨਾਉਂਸ ਕੀਤਾ ਆਪਨੇ, ਕਿਵੇਂ ਦੇਖਦੇ ਹੋ? ਮੈਂ ਤਾਂ ਕੀ ਵੇਖਣਾ, ਲੋਕ ਹੀ ਵੇਖ ਰਹੇ ਨੇ। ਹਾਂਜੀ, ਕੋਈ ਹਾਸਿਆਂ ਤਮਾਸ਼ਿਆਂ ਨਾਲ ਸੀਐਮ ਨਹੀਂ ਮਤਲਬ ਕਾਮਯਾਬ ਹੁੰਦੇ। ਸੀਐਮ ਦਾ ਦੀ ਔਰਾ ਹੁੰਦਾ ਹੈ, ਉਹ ਬੜਾ ਡਿਫਰੈਂਟ ਹੁੰਦਾ ਹੈ। ਹਾਂਜੀ, ਉਹਦੇ ਮਤਲਬ ਜਿਹੜੀ ਸੋਚ ਸ਼ਕਤੀ, ਹੋਰ ਜੋ ਉਹਦਾ ਵਿਜ਼ਨ ਹੈ, ਉਹ ਸੀਐਮ ਸਾਹਿਬ ਦਾ ਜਿਹੜੀ ਪਰਸਨੈਲਿਟੀ ਹੁੰਦੀ ਹੈ ਬਹੁਤ ਵੱਖਰੀ ਹੁੰਦੀ ਹੈ। ਤੇ ਇਹ ਨਹੀਂ ਵੀ ਅੱਜ ਤੁਸੀਂ, ਮੈਂ ਕਹਿਣਾ ਨਹੀਂ ਚਾਹੁੰਦਾ, ਖਾਣ ਪੀਣ ਤਾਂ ਸਾਰੇ ਅਸੀਂ ਵੀ ਕਰ ਲੈਂਦੇ ਹਾਂ, ਪਰ ਜਿਹੜੀ ਓਪਨ ਇਹੋ ਜਿਹਾ ਕੁਛ ਕਰਨਾ, ਇਹੋ ਜਿਹੇ ਮੈਂਬਰ ਪਾਰਲੀਮੈਂਟ ਹੋ ਕੇ ਗੱਡੀਆਂ 'ਚ ਲਿਟੀ ਜਾਣਾ, ਕਿਤੇ ਉਹ ਪੁਲਿਸ ਵਾਲਿਆਂ ਨੂੰ ਫੜ ਕੇ ਕਿਤੇ ਲੋਹੜੀ 'ਤੇ ਡਿੱਗਦੇ ਗੱਡੀ 'ਚ ਪਾਉਣਾ, ਇਹ ਪੰਜਾਬ ਦੇ ਲੋਕ ਇਹੋ ਜਿਹੇ ਆਦਮੀ ਦੇ ਹੱਥ ਕਦੇ ਵੀ ਵਾਗਡੋਰ ਨਹੀਂ ਦੇਣਗੇ। ਤੁਹਾਡਾ ਮੁਕਾਬਲਾ ਕਿਹਦੇ ਨਾਲ ਲੱਗਦਾ ਇਸ ਸੀਟ ਤੇ? ਇੱਥੇ ਸਾਡਾ ਸ਼੍ਰੋਮਣੀ ਅਕਾਲੀ ਦਲ ਨਾਲ ਲੱਗਦਾ। ਆਪ ਨਹੀਂ ਹੈ ਮੁਕਾਬਲੇ 'ਚ? ਆਪ ਤਾਂ ਕਹਿ ਰਹੀ ਹੈ ਸਾਰੇ ਪਾਸੇ ਅਸੀਂ ਮੁਕਾਬਲੇ 'ਚ। ਦੇਖੋ ਅੱਗੇ ਵੀ ਕਹਿੰਦੇ ਸੀ, ਅੱਗੇ 22 ਜਿੱਤੇ ਸੀ, 12 ਤਾਂ ਸਾਡੇ ਨਾਲ ਆ ਗਏ। ਜਿਹੜੇ 12 ਸਾਡੇ ਨਾਲ ਆਏ ਆ, ਉਹਨਾਂ ਦੇ ਵਿੱਚ ਉਹਨਾਂ ਹਲਕਿਆਂ ਜਾ ਕੇ ਪੁੱਛ ਲਓ, ਜਾ ਕੇ ਵੀ ਆਪ ਨੂੰ ਵੋਟ ਪਾਓਗੇ, ਸਾਰੇ ਉਸ ਹਲਕੇ ਕਹਿੰਦੇ ਵੇਖਿਓ ਅਸੀਂ ਗਲਤੀ ਕਰ ਲਈ, ਲੋਕੋ ਤੁਸੀਂ ਨਾ ਗਲਤੀ ਕਰ ਲਿਓ। ਆਹ ਤਾਂ ਹਾਲਾਤ ਨੇ, 10 'ਚ ਵੀ ਆਉਣ ਨੂੰ ਤਿਆਰ ਬੈਠੇ ਨੇ, ਦੱਸੋ ਕੀ ਕਰੋਗੇ ਤੁਸੀਂ? ਕਾਂਗਰਸੀ ਵਿਧਾਇਕਾਂ ਦਾ ਨਾਮ ਜਿਵੇਂ ਪਹਿਲਾਂ ਕਾਲੀਆਂ ਨਾਲ ਜੁੜਦਾ ਸੀ, ਰੇਤੇ ਨਾਲ ਜੁੜਦਾ। ਗੁਰਪ੍ਰੀਤ ਸਿੰਘ ਕਾਂਗੜ ਦਾ ਵੀ ਕੋਈ ਅਜਿਹਾ ਹੈ? ਕਦੇ ਵੀ ਨਹੀਂ, ਨਾ ਕਿਤੇ ਵੇਖੋ, ਨਾ ਰੇਤੇ ਦੇ ਵਿੱਚ ਕੋਈ ਇੰਟਰਫੀਅਰਿੰਗ, ਨਾ ਕੋਈ ਕੇਬਲ ਕਿਤੇ ਵੀ। ਮੈਂ ਰੈਵਨਿਊ ਡਿਪਾਰਟਮੈਂਟ ਦੇ ਵਿੱਚ ਮੇਰੇ ਕੋਲ ਮਹਿਕਮਾ ਰਿਹਾ ਹੈ, ਪੰਜਾਬ ਦੀ ਧਰਤੀ ਮੇਰੇ ਕੋਲ ਰਹੀ ਹੈ। 1 ਇੰਚ ਤੇ ਮੈਂ ਕਿਤੇ ਕਬਜ਼ਾ ਜਾਂ ਕਿਤੇ ਮੇਰੀ ਕੋਈ ਇੰਟਰਫੀਅਰਿੰਗ ਜਾਂ ਮੇਰਾ ਕਿਸੇ ਦੀ ਇਨਵੋਲਵਮੈਂਟ, ਬਿਲਕੁਲ ਮੈਨੂੰ ਆ ਕੇ ਕੋਈ ਬੰਦਾ ਦੱਸ ਦੇ, ਮੈਂ ਇਲੈਕਸ਼ਨ ਨਹੀਂ ਲੜਦਾ। ਕਾਂਗੜ ਸਾਹਿਬ, ਇੱਕ ਤੁਹਾਡੇ ਮਹਿਕਮੇ ਨਾਲ ਸੰਬੰਧ ਸਵਾਲ ਹੈ ਕਿ ਤੁਹਾਡੇ ਮਹਿਕਮੇ ਦੇ ਵਿੱਚ ਬੜੀ ਰਿਸ਼ਵਤਖੋਰੀ ਹੈ, ਲੋਕ ਡਰਦੇ ਆ, ਅਗਲਾਂ ਦਾ ਪਟਵਾਰੀ ਦੇ ਅੱਗੇ ਹੁੰਦੇ ਨਾ ਲੰਘਣਾ ਪੈ ਜੇ। ਉਹਦੇ ਲਈ ਕੀ ਕਦਮ ਉਠਾਏ ਕਿ ਇੰਨਾ ਲੰਮਾ ਸਮਾਂ ਰਹੇ ਹੋ, ਲੋਕਾਂ ਦੇ ਉਹ ਬਦਲਾਅ ਨਹੀਂ ਆਇਆ? ਕੋਈ ਡਿਜੀਟਲਾਈਜੇਸ਼ਨ ਵੀ, ਕੋਈ ਜਿਹੜੀਆਂ ਚੀਜ਼ਾਂ ਪਾਰਦਰਸ਼ਤਾ ਹੋ ਜਾਣ। ਵੇਖੋ ਮੈਂ ਇਹਦੇ ਪ੍ਰਤੀ ਮੀਟਿੰਗਾਂ ਕੀਤੀਆਂ। ਹਾਂਜੀ, ਮੀਟਿੰਗਾਂ ਕਰਨ ਦੇ ਬਾਅਦ ਮੈਂ ਫਿਰ ਆਪਣੇ ਕਿਸਾਨ ਭਰਾਵਾਂ ਨਾਲ ਜਿਹੜੇ ਜਾ ਕੇ ਕਚਹਿਰੀ 'ਚ ਕੰਮ ਆਪਦੀਆਂ ਰਜਿਸਟਰੀਆਂ ਕਰਾਉਂਦੇ ਆ,
ਉੱਥੇ ਇੱਕ ਗੱਲ ਸਾਹਮਣੇ ਵੇਖਣ ਨੂੰ ਆਈ ਹੈ ਵੀ ਕਰਪਸ਼ਨ ਤਹਿਸੀਲਦਾਰ ਪੱਧਰ ਤੇ, ਪਟਵਾਰੀਆਂ ਪੱਧਰ ਤੇ ਕਿਉਂ ਹੈ। ਜਦੋਂ ਅਸੀਂ ਕੋਈ ਨਾ ਕੋਈ ਸਟੈਂਪ ਡਿਊਟੀ ਦੀ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਨੈਚੁਰਲੀ ਜਦੋਂ ਕੋਈ ਸਟੈਂਪ ਡਿਊਟੀ ਕਰਦੇ ਹਾਂ, ਫਿਰ ਜਿਹੜਾ ਅਫਸਰ ਹੈ ਉਹ ਕਹਿੰਦਾ ਤੈਨੂੰ ਇੰਨਾ ਫਾਇਦਾ ਹੁੰਦਾ, ਮੈਨੂੰ ਵੀ ਨਹੀਂ ਦੇ। ਉੱਥੇ ਉਹ ਮੁੱਢ ਵੱਜ ਜਾਂਦਾ ਕਰਪਸ਼ਨ ਦਾ। ਬਹੁਤ ਕਹਿੰਦੇ ਆ ਵੀ ਤੁਸੀਂ, ਫਿਰ ਉੱਥੇ ਹਰੇਕ ਚੁੱਪ ਕਰ ਜਾਂਦਾ। ਜਦੋਂ ਤੁਸੀਂ ਕਿਸੇ ਅਫਸਰ ਨੂੰ ਤੋਂ ਗਲਤ ਕੰਮ ਕਰਾਉਣ ਦੀ ਕੋਸ਼ਿਸ਼ ਕਰੋਗੇ, ਫਿਰ ਉਹਨੇ ਪੈਸੇ ਮੰਗਣੇ ਆ। ਜੇ ਅਸੀਂ ਵੀ ਆਪ ਸਾਫ ਸੁਥਰੇ ਰੱਖੀਏ ਵੀ ਜੋ ਸਰਕਾਰ ਦੀ ਫੀਸ ਹੈ ਅਸੀਂ ਪੂਰੀ ਦੇਣੀ ਹੈ, ਕੋਈ ਬੰਦਾ ਪੈਸੇ ਨਹੀਂ ਮੰਗ ਸਕਦਾ। ਜੇ ਅਸੀਂ ਨੰਬਰਾਂ 'ਚ ਉਲਟਾ ਪੁਲਟਾ ਕਰਾਉਣਾ ਹੈ, ਉਦੋਂ ਪਟਵਾਰੀ ਵੀ ਸਾਡੇ ਕਹੂਗਾ ਸਾਨੂੰ ਵੀ ਕੁਛ ਦਿਓ। ਸੋ ਇਹ ਗੱਲਾਂ ਵੇਖਣ ਨੂੰ ਜਦੋਂ ਇਹਦਾ ਬਰੀਕੀ ਨਾਲ ਵਿਚਾਰਨਾ ਪੈਂਦਾ, ਉਦੋਂ ਗੱਲਾਂ ਸਾਰੀਆਂ ਸਾਹਮਣੇ ਆਉਂਦੀਆਂ। ਸਿੱਧੂ ਸਾਹਿਬ ਜਿਹੜਾ ਪੰਜਾਬ ਮਾਡਲ ਦੇ ਰਹੇ ਆ ਪ੍ਰੈਸ ਕਾਨਫਰੰਸ ਕਰਕੇ, ਕਾਂਗਰਸ ਦੇ ਕਈ ਬੰਦੇ ਕਹਿੰਦੇ ਅਸੀਂ ਸਹਿਮਤ ਨਹੀਂ, ਤੁਸੀਂ ਕਿਵੇਂ ਦੇਖਦੇ ਹੋ? ਵੇਖੋ ਅੱਡ ਬੜੇ ਅਗਾਂਹ ਵਧੂ ਸੋਚਦੇ ਸਿੱਧੂ ਸਾਹਿਬ ਨੇ। ਪੰਜਾਬ ਦੇ ਭਲੇ ਲਈ ਉਹ ਵੀ ਕੁਝ ਚੰਗਾ ਕਰਨਗੇ। ਜਿਹੜਾ ਵੀ ਕੁਛ ਹੋਊ ਪੰਜਾਬ ਦੇ ਵਿੱਚ, ਜਿੰਨੀ ਲੀਡਰਸ਼ਿਪ ਸਾਡੀ ਹੈਗੀ ਹੈ, ਉਹ ਪੰਜਾਬ ਦੇ ਭਲੇ ਲਈ ਕੁਛ ਕਰਨਗੇ। ਪੰਜਾਬ ਨੂੰ ਚੰਗਾ ਵੇਖਣਾ ਚਾਹੁੰਦੇ ਨੇ ਸਾਰੇ। ਬੀਜੇਪੀ ਨੂੰ ਕਿਵੇਂ ਦੇਖਦੇ ਹੋ? ਬੀਜੇਪੀ ਇਸ ਵਾਰ ਅਲੱਗ ਚੋਣ ਲੜ ਰਹੀ ਹੈ, ਕਹਿੰਦੇ ਸ਼ਹਿਰੀ ਵੋਟ ਤੇ ਪ੍ਰਭਾਵ ਹੈ, ਕਿਵੇਂ ਦੇਖਦੇ ਹੋ? ਬਿਲਕੁਲ ਵੀ ਨਹੀਂ, ਕਿਤੇ ਵੀ ਨਹੀਂ ਜੀ। ਬੀਜੇਪੀ ਦਾ ਕਿਤੇ ਖਾਤਾ ਵੀ ਨਹੀਂ ਖੁੱਲ੍ਹਣਾ, ਕਿਤੇ ਵੀ ਖਾਤਾ ਨਹੀਂ ਖੁੱਲ੍ਹਣਾ ਪੰਜਾਬ ਦੇ ਵਿੱਚ। ਅੱਜ ਮੈਂ ਲਿਖ ਕੇ ਕਹਿ ਸਕਦਾ। ਅਕਾਲੀ ਦਲ ਤੇ ਇਲਜ਼ਾਮ ਸੀ ਮਾਫੀਆ ਦਾ, ਕੇਵਲ ਮਾਫੀਆ, ਤੁਸੀਂ ਵੀ ਗੱਲ ਕੀਤੀ ਹੈ, ਰੇਤ ਮਾਫੀਆ, ਟਰਾਂਸਪੋਰਟ ਮਾਫੀਆ, ਕਾਰਵਾਈ ਕਿਉਂ ਨਹੀਂ ਹੋਈ? ਕਾਰਵਾਈ ਹੁਣ ਤੁਸੀਂ ਬਾਰ-ਬਾਰ ਕਹੀ ਜਾਂਦੇ ਆ, ਸਾਰੀ ਕਿੰਨੀ ਵਿਧਾਨ ਸਭਾ 'ਚ ਇਹ ਰੌਲਾ ਪੈਂਦਾ ਰਿਹਾ। ਰੌਲਾ ਹੀ ਆ ਨਾ। ਡਾਕਟਰ ਸਾਹਿਬ ਨੂੰ ਸਾਰੇ ਐਮਐਲਏ ਮੰਤਰੀਆਂ ਨੇ ਕਿਹਾ ਵੀ ਇਹਨਾਂ ਦੇ ਕਾਬੂ ਪਾਓ, ਇਹ ਬੰਦਿਆਂ ਨੂੰ ਨੱਥ ਪਾਓ, ਫੜੋ ਜਿਹੜੇ ਪੁਰਾਣੇ ਬੰਦਿਆਂ ਨੇ ਇੰਨਾ ਮਾਫੀਆ ਕੀਤਾ। ਉੱਥੇ ਆ ਕੇ ਪਤਾ ਨਹੀਂ ਉਹਨਾਂ ਦੀ ਕੀ ਮਜਬੂਰੀ ਸੀ। ਮਿਲ ਕੇ ਚੱਲਦੇ ਸੀ ਵੀ ਮੈਂ ਤਾਂ ਕਹਿ ਨਹੀਂ ਸਕਦਾ ਮਿਲ ਕੇ ਚੱਲਦੇ ਸੀ। ਸਾਰਿਆਂ ਨੇ ਇਸ ਗੱਲ ਦੇ ਵਿੱਚ ਬੜਾ ਜ਼ੋਰ ਲਾਇਆ ਵੀ ਕੈਪਟਨ ਸਾਹਿਬ ਇਹਨਾਂ ਦਾ ਇਹ ਜਿਹੜੀਆਂ ਗੱਲਾਂ ਆਪਾਂ ਕੀਤੀਆਂ ਸੀ ਇਹਨੂੰ ਪੂਰਾ ਕੀਤਾ ਜਾਵੇ। ਪਰ ਉੱਥੇ ਉਹਨਾਂ ਨੇ ਕੋਈ ਪਾਰਟੀ ਦੇ ਨਾਲ ਇਹ ਗੱਲ ਕੋਈ ਬਹੁਤੀ ਚੰਗੀ ਨਹੀਂ ਕੀਤੀ, ਚੁੱਪ ਹੋ ਜਾਂਦੇ ਸੀ। ਪਤਾ ਨਹੀਂ ਕੀ ਮਜਬੂਰੀ ਸੀ। ਹੁਣ ਕਿਵੇਂ ਦੇਖਦੇ ਹੋ? ਸ਼੍ਰੋਮਣੀ ਅਕਾਲੀ ਦਲ ਕਹਿ ਰਿਹਾ ਅਸੀਂ ਸਰਕਾਰ ਬਣਾ ਰਹੇ ਹਾਂ, ਆਪ ਕਹਿ ਰਿਹਾ, ਤੁਸੀਂ ਵੀ ਕਹਿ ਰਹੇ ਹੋ, ਲੋਕ ਇਸ ਵਾਰ ਕਹਿ ਰਿਹਾ ਕਿ ਅਸਕੀ ਪਤਾ ਹੀ ਨਹੀਂ ਲੱਗ ਰਿਹਾ। ਤੁਹਾਨੂੰ ਵੀ ਇਹ ਲੱਗਦਾ ਵੀ ਅਸਕੀ ਪਤਾ ਨਹੀਂ ਲੱਗ ਰਿਹਾ ਵੀ ਕਿਹਦੀ ਸਰਕਾਰ ਬਣੂਗੀ? ਨਹੀਂ, ਪਤਾ ਲੱਗ ਰਿਹਾ ਹੈ। ਪਤਾ ਲੱਗ ਕਿਉਂ ਨਹੀਂ ਲੱਗਦਾ? ਆਪਦੇ ਦੇ ਹਲਕੇ ਦਾ ਮੈਨੂੰ ਪਤਾ ਲੱਗ ਰਿਹਾ ਵੀ ਕੀ ਹੋ ਰਿਹਾ ਹੈ। ਬਿਲਕੁਲ ਪੋਜ਼ਿਟਿਵ ਹੈ। ਪਰ ਜੇ ਤੁਸੀਂ ਸਿੰਸੀਅਰ ਹੋ ਕੇ ਲੋਕਾਂ ਨਾਲ ਵਿਚਰੇ ਹੋਏ ਹੋ, ਜੇ ਤੁਸੀਂ ਲੋਕਾਂ ਨਾਲ ਵੀ ਝੂਠ ਤੂਫਾਨ ਤੇ ਆਪਦਾ ਖੱਬਾ ਸੱਜਾ ਕਰਦੇ ਰਹੇ, ਫਿਰ ਲੋਕਾਂ ਨੇ ਤੁਹਾਨੂੰ ਮਾਫ ਨਹੀਂ ਕਰਨਾ। ਮੁੱਖ ਮੰਤਰੀ ਚੰਨੀ ਨੂੰ ਲੋਕ ਕਹਿੰਦੇ ਆ ਕਿ ਐਲਾਨ ਹੀ ਕੀਤੇ, ਕੰਮ ਨਹੀਂ ਕੀਤਾ। ਕਿਉਂ ਕੰਮ ਕਿਉਂ ਨਹੀਂ ਕੀਤਾ? ਸਾਰੇ ਲਾਗੂ ਹੋਏ ਨੇ ਜੀ। 36,000 ਮੁਲਾਜ਼ਮ ਕਹਿੰਦੇ 36 ਦਿਖਾ ਦਿਓ, ਕਹਿੰਦੇ ਕਿੰਨੇ? ਨਹੀਂ ਵੇਖੋ ਕਿੰਨਾ ਰੌਲਾ ਪਿਆ ਹੈ। ਗਵਰਨਰ ਸਾਹਿਬ ਕੋਲੇ ਫਾਈਲ ਪਈ ਆ, ਉਹ ਵਾਪਸ ਨਹੀਂ ਭੇਜ ਰਹੇ। ਸਾਰਾ ਵੇਖੋ, ਤੁਹਾਨੂੰ ਪਤਾ ਪੋਲੀਟੀਕਲ ਹਰੇਕ ਪਾਸੇ ਬੰਦਾ ਹਰੇਕ ਟਾਈਟ ਕਰਦਾ ਵੀ ਕਿਤੇ ਨਾ ਕਿਤੇ ਇਹਨਾਂ ਦੀ ਮਤਲਬ ਕੰਮ ਨਾ ਹੋ ਜਾਣ। ਕੋਈ ਸਟੇਆਂ ਲੈਣ ਨੂੰ ਤੁਰਿਆ ਫਿਰਦਾ, ਕੋਈ ਕੁਛ ਲੈਣ ਨੂੰ ਫਿਰਦਾ। ਆ ਥੋੜ੍ਹੇ ਦਿਨਾਂ ਦੀ ਗੱਲ ਹੈ, ਪਰਸੋਂ ਕੇ ਚੌਥੇ ਬੜੀ ਦੁੱਖ ਨਾਲ ਕਹਿਣਾ ਪੈਂਦਾ, ਸਾਡੇ ਜਿਹੜੇ ਡਿਵੈਲਪਮੈਂਟ ਦੇ ਕੰਮ ਆਲਰੇਡੀ ਪਹਿਲਾਂ ਚੱਲੀ ਜਾਂਦੇ ਆ, ਜਿਹੜੇ ਪ੍ਰੋਜੈਕਟ ਚੱਲੀ ਜਾਂਦੇ ਅੱਜ ਤੋਂ 2-2 ਮਹੀਨਿਆਂ ਦੇ, ਸੜਕਾਂ ਦੇ ਹੋਰਾਂ ਦੇ। ਸਾਡੇ ਮਹਾਰਾਜ ਤੋਂ ਹੈ ਅਕਾਲੀ ਦਲ ਦਾ ਬਹੁਤ ਵੱਡਾ, ਆਪਣੇ ਆਪ ਨੂੰ ਮੈਂ ਤਾਂ ਗੁੰਡਾ ਹੀ ਕਹੂੰ ਉਹਨੂੰ। ਪਿਛਲੇ ਸਮੇਂ 'ਚ ਵੀ ਉਹਨੇ ਬਹੁਤ ਕੁਛ ਅੱਤ ਮਚਾਈ ਹੋਈ ਸੀ। ਠੇਕੇਦਾਰਾਂ ਨੂੰ, ਜਿਹੜੇ ਕੰਮ ਕਰ ਰਹੇ ਆ, ਠੇਕੇਦਾਰਾਂ ਨੂੰ ਜਾ ਕੇ ਥ੍ਰੈਟ ਕਰ ਰਿਹਾ ਵੀ ਜੇ ਸਾਡੇ ਪਿੰਡ ਦਾ ਕੰਮ ਬੰਦ ਨਾ ਕੀਤਾ ਤੇ ਤੁਸੀਂ ਥੋੜਾ ਹੱਸਰ ਮਾੜਾ ਹੋ। ਉਹਨਾਂ ਨੇ, ਠੇਕੇਦਾਰਾਂ ਨੇ ਸਾਨੂੰ ਫੋਨ ਤੇ ਕਿਹਾ ਵੀ ਫਲਾਨਾ ਬੰਦਾ ਮਹਾਰਾਜ ਦਾ ਸਾਨੂੰ ਥ੍ਰੈਟ ਕਰਕੇ ਗਿਆ ਵੀ ਕੱਲ੍ਹ ਤੋਂ ਕੰਮ ਬੰਦ ਕਰ ਦਿਓ ਜਿਹੜੇ ਕੰਮ ਚੱਲ ਰਹੇ ਆ। ਦੱਸੋ ਇਹ ਲੋਕ ਕਹਿੰਦੇ ਆ ਕੇ ਅਸੀਂ ਡਿਵੈਲਪਮੈਂਟ ਕਰਾਂਗੇ, ਡਿਵੈਲਪਮੈਂਟ ਤਾਂ ਰੋਕ ਰਹੇ ਨੇ। ਇਹੋ ਜਿਹੇ ਹਾਲਾਤ ਹੈ। ਇੰਨੀ ਕੁ ਮਾੜੀ ਸੋਚ ਹੈ ਇਹਨਾਂ ਲੋਕਾਂ ਦੀ। ਆਪਣੇ ਵੋਟਰਾਂ ਨੂੰ, ਸਪੋਰਟਰਾਂ ਨੂੰ ਆਖਰੀ ਕੀ ਸੁਨੇਹਾ ਦੇਣਾ ਚਾਹੋਗੇ? ਮੈਂ ਤਾਂ ਸਾਰਿਆਂ ਨੂੰ ਇਹੀ ਬੇਨਤੀ ਕਰਨੀ ਚਾਹੁੰਦਾ, ਵੇਖੋ ਸਭ ਤੋਂ ਵੱਡਾ ਭਾਈਚਾਰਕ ਹੁੰਦਾ। ਮੈਂ 5 ਸਾਲਾਂ 'ਚ ਆਪਣੇ ਹਲਕੇ ਦੇ ਵਿੱਚ ਭਾਈ ਸਾਂਝ ਬਣਾ ਕੇ ਰੱਖੀ ਹੈ। ਮੋਹ ਮੁਹੱਬਤ ਹਰੇਕ ਨੂੰ ਕਿਹਾ ਵੀ ਭਾਈਚਾਰ ਸਾਂਝ ਤੋਂ ਉੱਪਰ ਕੁਛ ਨਹੀਂ, ਤੁਸੀਂ ਇਕੱਠੇ ਰਹੋ, ਪਿਆਰ ਨਾਲ ਵੋਟਾਂ ਆਈਆਂ, ਜਿਹਦਾ ਮਨ ਜਿੱਥੇ ਕਰਦਾ ਉੱਥੇ ਵੋਟ ਪਾਓ। ਕੋਈ ਪ੍ਰੈਸ਼ਰ ਨਾਲ ਵੋਟ ਨਹੀਂ ਪੈ ਸਕਦੀ। ਜਿਹੜਾ ਤੁਹਾਨੂੰ ਪਾਰਟੀ, ਜਿਹੜਾ ਉਮੀਦਵਾਰ ਚੰਗਾ ਲੱਗਦਾ ਉਹਨੂੰ ਵੋਟ ਪਾਓ। ਕਿਸੇ ਦੀਆਂ ਗੱਲਾਂ ਮਗਰ ਨਾ ਲੱਗੋ। ਤੁਸੀਂ ਵੋਟਾਂ ਪੈਣ ਤੋਂ ਬਾਅਦ ਸਾਰੇ ਫੇਰ ਇੱਕ ਪਰਿਵਾਰਾਂ ਦੇ ਪਰਿਵਾਰ ਸੱਥਾਂ ਦੇ ਵਿੱਚ ਆਪਦੀਆਂ ਖੁੰਡਾਂ ਦੇ ਉੱਤੇ ਬਹਿ ਕੇ ਫੇਰ ਖੁਸ਼ੀਆਂ ਮਾਣੋ ਤੁਸੀਂ। ਤੇ ਉਹਦੇ ਪਾਰਟੀ ਵੱਲ ਤੇ ਉਸ ਉਮੀਦਵਾਰ ਵੱਲ ਝੁਕਾਅ ਰੱਖੋ ਜਿਹੜਾ ਤੁਹਾਡੇ ਵਾਲੀ ਚੰਗਾ ਸੋਚਦਾ ਤੇ ਚੰਗਾ ਕਰਕੇ ਦਿਖਾਉਣ ਨੂੰ ਉਹਦਾ ਮਨ ਹੈ ਤੇ ਉਹਦਾ ਤੁਹਾਡੇ 'ਚ ਕਿਹੋ ਜਿਹਾ ਵਰਤ ਵਰਤਾਵਾ ਤੁਸੀਂ ਉਸ ਨੂੰ ਸਿਲੈਕਟ ਕਰੋ। ਆਖਰੀ ਸਵਾਲ ਲਵਾਂਗੇ। ਇੱਕ ਕਹਿੰਦੇ ਆ, ਵਿਰੋਧੀ ਕਹਿੰਦੇ ਆ ਕਿ ਗੁਰਪ੍ਰੀਤ ਸਿੰਘ ਕਾਂਗੜ ਨੇ ਨਜਾਇਜ਼ ਪਰਚੇ ਕਰਵਾਏ ਆ ਲੋਕਾਂ 'ਤੇ, ਕਿਵੇਂ ਆ? ਇਹ ਮੇਰੇ ਖਿਆਲ ਦੇ ਵਿੱਚ
ਇੱਕ ਨਾਂ ਪੈਦਾ ਕਰ ਦਿੱਤਾ ਵੀ ਕਹੀ ਦਿਓ ਕੋਈ ਇੱਕ ਸਿੰਗਲ ਪਰਚਾ ਵੀ, ਸਿੰਗਲ ਪਰਚਾ ਜੇ ਗੁਰਪ੍ਰੀਤ ਕਾਂਗੜ ਦੇ ਪੋਲੀਟੀਕਲ ਵੰਡੈਕਟੇ 'ਚ ਕੀਤਾ ਹੈ, ਮੈਨੂੰ ਜੋ ਸਾਡੇ ਰਾਮਪੁਰਾ ਫੂਲ ਦੇ ਸੰਗਤ ਜੋ ਮੈਨੂੰ ਸਜ਼ਾ ਲਾਊਗੀ ਮੈਂ ਮੰਨਣ ਨੂੰ ਤਿਆਰ ਹਾਂ। ਮੈਂ ਅੱਜ ਤੱਕ ਕਿਸੇ ਦਾ 57 ਵੀ ਨਹੀਂ ਕਰਾ ਕੇ ਵੇਖੀ, ਤੇ ਜੇ ਮੈਂ ਕਰਾਉਂਦਾ ਤੇ ਫਿਰ ਮੇਰੇ ਤੇ ਉਹਨਾਂ 'ਚ ਕੀ ਫਰਕ ਸੀ ਜਿਹੜੇ ਪਿਛਲੇ 10 ਸਾਲਾਂ 'ਚ ਸਾਨੂੰ ਗ੍ਰਿਲ ਕੀਤਾ। ਸਾਨੂੰ ਤਾਂ ਤੰਦੂਰ ਵਾਂਗੂ ਭੱਠੀ 'ਚ ਪਾ ਕੇ ਸਾਨੂੰ ਸੁੱਟਿਆ ਰੱਖਿਆ, ਜਿਹਦੇ ਵਿੱਚ ਮੈਂ ਵੀ ਆਪਦੇ 6-7 ਪਰਚਿਆਂ ਨੂੰ ਫੇਸ ਕੀਤਾ। 302 ਦੇ ਪਰਚੇ ਜਿਨ੍ਹਾਂ ਨੇ ਕੀੜੀ ਵੀ ਨਹੀਂ ਸੀ ਮਿੱਧੀ, ਉਹ 302 ਦੇ ਪਰਚੇ ਨਜਾਇਜ਼, ਜਿਨ੍ਹਾਂ ਨੇ ਸਾਲ ਵਿਚਾਰਿਆਂ ਨੇ ਜੇਲ੍ਹ ਲਾ ਕੇ ਇਨਕੁਆਇਰੀਆਂ ਕਰਾਈਆਂ, ਫਿਰ ਇਨਕੁਆਇਰੀਆਂ ਦੇ ਵਿੱਚੋਂ ਨਿਕਲੇ ਆ ਤੇ ਜਾ ਕੇ ਜੱਜ ਸਾਹਿਬਾਨਾਂ ਨੂੰ ਕੋਰਟਾਂ ਦੇ ਵਿੱਚੋਂ ਬਰੀ ਹੋਏ ਆ। ਆਹ ਤਾਂ ਸਾਡਾ ਇੱਥੋਂ ਦੇ ਲੀਡਰ ਦਾ ਕੰਮ ਸੀ। ਤੇ ਗੁਰਪ੍ਰੀਤ ਸਿੰਘ ਕਾਂਗੜ ਨਾ ਤਾਂ ਪਹਿਲਾਂ ਕਿਤੇ ਸੋਚ ਰੱਖੀ ਹੈ, ਨਾ ਹੁਣ ਰੱਖਣੀ ਹੈ, ਤੇ ਨਾ ਅੱਗੇ ਤੋਂ ਰੱਖਾਂਗੇ। ਬਹੁਤ ਬਹੁਤ ਧੰਨਵਾਦ ਜੀ ਸਮਾਂ ਦਿੱਤਾ। ਸਤਿ ਸ਼੍ਰੀ ਅਕਾਲ ਜੀ। ਤਾਂ ਸਾਡੇ ਨਾਲ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਮੌਜੂਦ ਸਨ। ਉਹਨਾਂ ਨੇ ਕਿਹਾ ਕਿ ਮੇਰੇ ਲੋਕ ਮੇਰੇ ਕੰਮਾਂ ਨੂੰ ਵੋਟ ਪਾਉਣਗੇ, ਜੋ ਨਜਾਇਜ਼ ਪਰਚਿਆਂ ਦੀ ਜਾਂ ਕੋਈ ਮਾਫੀ ਦੀ ਗੱਲ ਕੀਤੀ ਜਾਂਦੀ ਹੈ ਮੇਰਾ ਕੋਈ ਸਰੋਕਾਰ ਨਹੀਂ, ਕੋਈ ਸਾਬਤ ਕਰ ਦੇਵੇ ਮੈਂ ਤਾਂ ਵੀ ਜ਼ਿੰਮੇਵਾਰ ਹਾਂ। ਤੇ ਮੇਰੇ ਹਲਕੇ ਦੇ ਲੋਕਾਂ ਨੂੰ ਮੇਰੇ ਬਾਰੇ ਸਭ ਕੁਝ ਪਤਾ ਹੀ ਹੈ। ਹੁਣ ਹਲਕੇ ਦੇ ਲੋਕਾਂ ਨੇ ਦੇਖਣਾ, ਪੰਜਾਬ ਦੇ ਲੋਕਾਂ ਨੇ ਦੇਖਣਾ ਹੈ ਕਿ ਕਿਸ ਪਾਰਟੀ ਨੂੰ ਵੋਟ ਪਾਉਣੀ ਹੈ ਤੇ ਕਿਸ ਵੱਲ ਝੁਕਾਅ ਕਰਨਾ ਹੈ। ਕੈਮਰਾ ਪਰਸਨ ਹਿਮਤਾਜ ਢੱਲਾ ਦੇ ਨਾਲ ਮਨਿੰਦਰਜੀਤ ਸਿੱਧੂ, ਲੋਕ ਵਾਈ ਟੀਵੀ।